ਹੈਲੋ ਸਟੂਡੈਂਟਸ, ਅੱਜ ਦੀ ਕਲਾਸ ਉਹਨਾਂ ਬੱਚਿਆਂ ਵਾਸਤੇ ਹੈ ਜੋ ਬੱਚੇ ਆਉਣ ਵਾਲੇ ਦਿੱਲੀ ਪੁਲਿਸ ਦੇ, ਐਸਐਸਸੀ ਦੇ ਜਾਂ ਹੋਰ ਕਿਸੇ ਕੰਪੀਟੀਸ਼ਨ ਵਾਲੇ ਐਗਜ਼ਾਮ ਦੀ ਤਿਆਰੀ ਕਰ ਰਹੇ ਹਨ ਅਤੇ ਉਹ ਪ੍ਰੈਕਟਿਸ ਕਰਨਾ ਚਾਹੁੰਦੇ ਹਨ ਕੁਝ ਇੰਪੋਰਟੈਂਟ ਕਨਸੈਪਟ ਅਤੇ ਕੁਐਸਚਨਸ ਦੀ। ਅੱਜ ਮੈਂ ਤੁਹਾਨੂੰ ਕੁਝ ਕੁਐਸਚਨ ਬੋਰਡ ਤੇ ਡਿਸਕਸ ਕਰਾਂਗਾ ਤੁਹਾਡੇ ਨਾਲ ਜਿਹੜੇ ਆਉਣ ਵਾਲੇ ਐਗਜ਼ਾਮ ਦੇ ਵਿੱਚ ਬਹੁਤ ਇੰਪੋਰਟੈਂਟ ਹਨ, ਬਹੁਤ ਇੰਪੋਰਟੈਂਟ। ਸੋ ਦੇਖਦੇ ਹਾਂ ਤੁਹਾਡੀ ਕਿੰਨੀ ਤਿਆਰੀ ਹੋ ਚੁੱਕੀ ਹੈ ਤੇ ਕਿੰਨੀ ਤਿਆਰੀ ਹੋਣੀ ਬਾਕੀ ਹੈ। ਓਕੇ, Number 1 question. While addressing a press conference, a journalist asked the CM Kejriwal to highlight the recovery rate of COVID positive patients in Delhi. This is part A, this is part B, and this is part C. This is part D. वीडियो ਨੂੰ ਪੌਜ਼ ਕਰਕੇ ਇੱਕ ਵਾਰੀ ਖੁਦ ਟਰਾਈ ਕਰੋ, ਦੇਖੋ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਇਹਦਾ ਕੀ ਆਨਸਰ ਹੋਣਾ ਚਾਹੀਦਾ ਹੈ। ਓਕੇ, ਮੈਂ ਉਮੀਦ ਕਰਦਾ ਹਾਂ ਤੁਸੀਂ ਇਹਦਾ ਕੁਐਸਚਨ ਦਾ ਤੁਹਾਨੂੰ ਸੋਲੂਸ਼ਨ ਮਿਲ ਗਿਆ ਹੋਵੇਗਾ, ਆਨਸਰ ਮਿਲ ਗਿਆ ਹੋਵੇਗਾ। ਬਹੁਤ ਸਾਰੇ ਬੱਚੇ ਜੋ ਟਰਾਈ ਕਰ ਰਹੇ ਹਨ, ਪ੍ਰੈਕਟਿਸ ਕਰ ਰਹੇ ਹਨ, ਅੱਛੀ ਕੋਚਿੰਗਸ ਵਿੱਚ ਪੜ੍ਹ ਰਹੇ ਹਨ, ਉਹਨਾਂ ਨੂੰ ਇਸ ਦਾ ਆਨਸਰ ਪਤਾ ਚੱਲ ਗਿਆ ਹੋਵੇਗਾ। ਫਿਰ ਵੀ ਬਹੁਤ ਸਾਰੇ ਬੱਚਿਆਂ ਨੂੰ ਇਹ ਲੱਗ ਰਿਹਾ ਹੋਵੇਗਾ ਕਿ ਇਸ ਦਾ ਆਨਸਰ ਨੋ ਐਰਰ ਹੈ, ਬਟ ਲੈਟ ਮੀ ਟੈਲ ਯੂ ਇਹਦਾ ਆਨਸਰ ਨੋ ਐਰਰ ਨਹੀਂ ਹੈ। ਆਪਾਂ ਡਿਸਕਸ ਕਰਾਂਗੇ ਕਿ ਕੀ ਪ੍ਰੋਬਲਮ ਹੈ। ਓਕੇ, ਜਿਨ੍ਹਾਂ ਨੂੰ ਇਹਦਾ ਆਨਸਰ ਪਤਾ ਹੈ, ਵੰਡਰਫੁਲ ਜੌਬ ਯੂ ਹੈਵ ਡਨ ਗਾइस। ਜਿਨ੍ਹਾਂ ਨੂੰ ਨਹੀਂ ਪਤਾ ਹੈ ਉਹ ਇਸ ਕਨਸੈਪਟ ਨੂੰ ਜ਼ਰੂਰ ਸਿੱਖਣ। ਓਕੇ, ਦੇਖੋ ਆਪਾਂ ਇਹਦੀ ਟ੍ਰਾਂਸਲੇਸ਼ਨ ਕਰਦੇ ਹਾਂ, ਜਿਸ ਤਰ੍ਹਾਂ ਹਮੇਸ਼ਾ ਕਰਦੇ ਹਾਂ, ਬੱਚੇ ਹਮੇਸ਼ਾ ਕਰਦੇ ਆ। ਇਹਦੀ ਪੰਜਾਬੀ ਬਣਾਉਂਦੇ ਹਾਂ। ਵਾਈਲ ਐਡਰੈਸਿੰਗ ਅ ਪ੍ਰੈਸ ਕਾਨਫਰੰਸ, ਇੱਕ ਪ੍ਰੈਸ ਕਾਨਫਰੰਸ ਨੂੰ ਐਡਰੈਸ ਕਰਨ ਦੇ ਦੌਰਾਨ ਜਰਨਲਿਸਟ ਕੌਣ ਹੁੰਦਾ ਹੈ? ਪੱਤਰਕਾਰ। ਪੱਤਰਕਾਰ ਨੇ ਪੁੱਛਿਆ, ਆਸਕਡ, ਕਿਹਨੂੰ ਪੁੱਛਿਆ? ਕੇਜਰੀਵਾਲ ਜੀ ਨੂੰ। ਕੀ ਕਿਹਾ ਉਹਨਾਂ ਨੇ? ਕੀ ਪੁੱਛਿਆ? ਜਾਂ ਆਸਕ ਮਤਲਬ ਪੁੱਛਣਾ ਵੀ ਹੁੰਦਾ ਹੈ, ਕਹਿਣਾ ਵੀ ਹੁੰਦਾ ਹੈ। ਉਹਨਾਂ ਨੇ ਕਿਹਾ ਟੂ ਹਾਈਲਾਈਟ, ਕਿ ਕੇਜਰੀਵਾਲ ਜੀ ਹਾਈਲਾਈਟ ਕਰਨ। ਕੀ ਹਾਈਲਾਈਟ ਕਰਨ? ਦਾ ਰਿਕਵਰੀ ਰੇਟ, ਕਿੰਨੇ ਬੰਦੇ ਠੀਕ ਹੋ ਗਏ। ਰਿਕਵਰੀ ਰੇਟ ਕੀ ਹੈ? ਕਿਸ ਚੀਜ਼ ਦਾ? ਕੋਵਿਡ ਪੋਜ਼ਿਟਿਵ। ਜੇ ਪੇਸ਼ੈਂਟ ਕੋਵਿਡ ਪੋਜ਼ਿਟਿਵ ਹੈਗੇ ਸੀ, ਉਹਨਾਂ ਦੀ ਰਿਕਵਰੀ ਰੇਟ ਦੀ ਨੂੰ ਹਾਈਲਾਈਟ ਕਰਨ ਬਾਰੇ ਜਰਨਲਿਸਟ ਨੇ ਸੀਐਮ ਕੇਜਰੀਵਾਲ ਨੂੰ ਕਿਹਾ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ। ਇਹਦੀ ਪੰਜਾਬੀ ਆਪਾਂ ਟ੍ਰਾਂਸਲੇਟ ਕਰ ਚੁੱਕੇ ਹਾਂ, ਪਰ ਕੀ ਆਪਾਂ ਨੂੰ ਇਹਦਾ ਆਨਸਰ ਮਿਲਿਆ? ਇਹਦਾ ਆਨਸਰ ਨਹੀਂ ਮਿਲਿਆ। एरर नहीं फाइंड आउट हुई। क्यों नहीं फाइंड आउट हुई? रीजन ये है कि पंजाबी का करेक्ट लग रही है, ठीक है। रीजन है कि आप ये नहीं देखा कि द पार्ट्स ऑफ स्पीच दी पोजिशनिंग सही है कि नहीं। अगर वो नहीं पता चलेगी तो क्वेश्चन कभी भी ठीक हो नहीं सकता। देखते हैं पार्ट ऑफ स्पीच दी पोजिशनिंग ठीक है या नहीं है। फर्स्ट पार्ट विच लिखी गई एक फ्रेज, ये फ्रेज है while addressing a press conference, एक press conference ਨੂੰ address ਕਰਨ ਦੇ ਦੌਰਾਨ। ਇਹ ਜਿਹੜਾ address ਕਰਨਾ verb ਹੈ, ਇਹ verb the doer, the subject कौन है? जर्नलिस्ट है या केजरीवाल है? ਇਹ केजरीवाल जी ਕਰਨਗੇ ਨਾ। press conference ਨੂੰ address कौन करेगा? लीडर करेगा। press conference ਦੇ ਤਾਂ ਪੱਤਰਕਾਰ ਸਾਹਮਣੇ ਬੈਠੇ ਹੋਣਗੇ, ਤਾਂ ਜਿਹੜੇ ਸਾਹਮਣੇ ਬੈਠੇ ਹੁੰਦੇ ਨੇ ਉਹਨਾਂ ਨੂੰ ਹੀ ਐਡਰੈਸ ਕੀਤਾ ਜਾਂਦਾ ਹੈ, ਰਾਈਟ। ਕੋਈ ਮੀਟਿੰਗ ਹੁੰਦੀ ਹੈ, ਜਿਹੜਾ ਮੀਟਿੰਗ ਦਾ ਮੁਖੀ ਹੁੰਦਾ ਹੈ, ਰਾਈਟ, ਹੈਡ ਆਫ ਦ ਮੀਟਿੰਗ, ਉਹ ਸਾਹਮਣੇ ਖੜਾ ਹੋ ਕੇ ਸਭ ਨੂੰ ਐਡਰੈਸ ਕਰ ਰਿਹਾ ਹੁੰਦਾ। ਤਾਂ ਉਸੇ ਤਰ੍ਹਾਂ ਕੇਜਰੀਵਾਲ ਜੀ ਵੀ ਐਡਰੈਸ ਕਰ ਰਹੇ ਸੀ ਪ੍ਰੈਸ ਕਾਨਫਰੰਸ ਨੂੰ। ਤਾਂ ਕੇਜਰੀਵਾਲ ਜੀ ਇੱਥੇ ऑब्जेक्ट नहीं होने चाहिए। आ तुसी देखो मेन वर्ब है आस्क,
ਮੇਨ ਵਰਬ ਤੋਂ ਬਾਅਦ ਜਿਹੜਾ ਨਾउन ਪ੍ਰੋਨਾउन ਲਿਖਿਆ ਜਾਂਦਾ ਹੈ ਉਹ ਆਬਜੈਕਟ ਹੁੰਦਾ ਹੈ ਤੇ ਜਿਹੜਾ ਉਸ ਤੋਂ ਪਹਿਲਾਂ ਲਿਖਿਆ ਜਾਂਦਾ ਹੈ ਉਹ ਸਬਜੈਕਟ ਹੁੰਦਾ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਬਜੈਕਟ ਆਬਜੈਕਟ ਦੇ ਬਾਰੇ ਅੰਡਰਸਟੈਂਡਿੰਗ ਹੋਏਗੀ। ਅਗਰ ਨਹੀਂ ਵੀ ਹੋਏਗੀ ਤਾਂ ਕੋਈ ਗੱਲ ਨਹੀਂ, ਮੈਂ ਆਉਣ ਵਾਲੀ ਵੀਡੀਓ ਵਿੱਚ ਤੁਹਾਨੂੰ ਸਬਜੈਕਟ ਕੀ ਹੁੰਦਾ ਹੈ, ਆਬਜੈਕਟ ਕੀ ਹੁੰਦਾ ਹੈ, ਵਰਬ ਕੀ ਹੁੰਦੀ ਹੈ, ਕੰਪਲੀਮੈਂਟ ਕੀ ਹੁੰਦਾ ਹੈ, ਸਭ ਚੀਜ਼ਾਂ डिटेल ਵਿੱਚ ਆਪਾਂ डिस्कस ਕਰਾਂਗੇ। ਫਿਲਹਾਲ ਦੇਖੋ, ਸਬਜੈਕਟ ਜਰਨਲਿਸਟ ਹੈ, ਆਬਜੈਕਟ केजरीवाल है, लेकिन ये ਜਿਹੜੀ फ्रेज है ये फ्रेज ਤਾਂ केजरीवाल जी वास्ते लिखी गई है, तो इसमें सही करने का तरीका ये होएगा कि केजरीवाल जी ਨੂੰ सब्जेक्ट बनाना पएगा। ऑब्जेक्ट नहीं हो सकता, ऑब्जेक्ट सब्जेक्ट नहीं बन सकता, सब्जेक्ट ऑब्जेक्ट नहीं बन सकता। अगर सब्जेक्ट केजरीवाल जी हैं तो फिर केजरीवाल जी ਨੂੰ सब्जेक्ट बनाओ। सब्जेक्ट बनाने वास्ते अपने कोल इक्को ही तरीका है। तरीका की है, एक्टिव वॉइस ਦੇ ਵਿੱਚ ਲਿਖਿਆ ਹੋਇਆ ਹੈ, ਇਸ ਦੀ ਪੈਸਿਵ ਵੌਇਸ ਕਰ ਦਿਓ। केजरीवाल जी इधर आ जाएंगे, जर्नलिस्ट साहब इधर चले जाएंगे। किस तरह लिखा जाएगा? ये लिखा जाएगा द सीएम केजरीवाल was asked by a journalist. Rest of the sentence is right. बाकी दा सेंटेंस ऊपर थल्ले सही है। बी पार्ट इज प्रॉब्लम है। बी पार्ट ਨੂੰ ਕਿਸ ਤਰ੍ਹਾਂ ਸਹੀ ਕਰਨਾ ਹੈ, ਇਹਦਾ ਐਕਟਿਵ ਦਾ ਪੈਸਿਵ ਕਰ ਦੇਣਾ ਹੈ। ਇਹਨੂੰ ਨੋਟ ਕਰੋ। आई होप नाउ यू अंडरस्टैंड द कॉन्सेप्ट। ਜਿਹੜਾ फ्रेज ਦਾ सब्जेक्ट ਹੋਏਗਾ वही मेन सब्जेक्ट होएगा। एक क्वेश्चन, एक एग्जांपल और देखते हैं, सेम एग्जांपल और देखते हैं, ਤੁਹਾਨੂੰ समझ आ गई होगी। इस एग्जांपल ਨੂੰ खुद करने की कोशिश करो। नेक्स्ट एग्जांपल है, while crossing the road a truck या कार लिख लो, a car hit the old man। ठीक है, ये देखो क्वेश्चन सेम कॉन्सेप्ट है। अपने आप ट्राई करना है, वीडियो पॉज करके अपने आप करो। ओके, उम्मीद करता हूं ਤੁਹਾਨੂੰ आंसर मिल गया। और इसका आंसर देखते हैं। सेम कॉन्सेप्ट। ये फ्रेज है वाइल क्रॉसिंग द रोड। रोड क्रॉस करन दे दौरान कार ने टक्कर मारी एक ओल्ड मैन ਨੂੰ। टक्कर मारने वाला कौन है? कार। क्रॉस करने वाला कौन है? ओल्ड मैन। तो फिर कार सब्जेक्ट किस तरह हो सकती है? ये मेन वर्ब है। मेन वर्ब का सब्जेक्ट कार क्यों बनाया गया? नहीं बनना चाहिए, क्योंकि क्रॉस करने वाला था ओल्ड मैन से हम, तो ओल्ड मैन को सब्जेक्ट बनाना पड़ेगा। तो ओल्ड मैन आएगा इतने, कार आएगी इतने, यानी कि इस तरह लिखा जाएगा द ओल्ड मैन was hit by a car। ऐसे वाली फ्रेज करेक्ट है, लोग लिखना पड़ेगा द ओल्ड मैन was hit by a car। Now I hope, ਹੁਣ ਮੈਨੂੰ ਉਮੀਦ ਹੈ ਕਿ ਇਹ ਕਨਸੈਪਟ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਗਿਆ। ਅਗਰ ਇਹ ਕਨਸੈਪਟ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਗਿਆ ਹੈ ਤਾਂ ਹੁਣ ਇਸ ਤੋਂ ਬਾਅਦ ਤੁਸੀਂ ਐਗਜ਼ਾਮ ਦੇ ਵਿੱਚ ਇਹ ਗਲਤੀ ਨਹੀਂ ਕਰਨੀ। ਜੋ ਫਰੇਜ਼ਸ ਦੇ ਸਬਜੈਕਟ ਹੋਣਗੇ ਉਹਨਾਂ ਨੂੰ ਹੀ ਤੁਸੀਂ ਮੇਨ ਸੈਂਟੈਂਸ ਦੇ ਵਿੱਚ ਸਬਜੈਕਟ ਬਣਾਓਗੇ। ओके, चलो देखते हैं एक दो और क्वेश्चन। ठीक है, इस बारी फिर ट्राई करो। ड्यूरिंग the speech our principal इसमें लिख दियो the principal of our school
stressed on the importance of hard work in life. ओके सो इस क्वेश्चन ਦੇ ਵੀ ਆਪਾਂ ਪਾਰਟ ਕਰ ਦਿੰਨੇ ਹਾਂ. This is part A, this is part B, and this is part C, and no error part D. देखो जरा वीडियो ने पॉज करके देखो और खुद ट्राई करो, फिर मैं डिस्कस करता हूं. ओके मैं उम्मीद करता हूं ਤੁਹਾਨੂੰ ਇਹਦਾ ਆਨਸਰ ਪਤਾ ਚੱਲ ਗਿਆ ਹੋਵੇਗਾ. ਤੁਸੀਂ ਬਹੁਤ ਹੁਸ਼ਿਆਰ ਬੱਚੇ ਹੋ. ਦੇਖੋ ਜਰਾ ਡਿਊਰਿੰਗ ਦ ਸਪੀਚ, ਭਾਸ਼ਣ ਦੇ ਦੌਰਾਨ, ਸਪੀਚ ਦੇ ਦੌਰਾਨ ਸਾਡੇ ਸਕੂਲ ਦੇ ਪ੍ਰਿੰਸੀਪਲ ਨੇ, ਇਹਦੇ ਸਬਜੈਕਟ ਕੌਣ ਹੈ? ਦ ਪ੍ਰਿੰਸੀਪਲ ਆਫ ਆਰ ਸਕੂਲ ਹੈ ਨਾ, ਸਬਜੈਕਟ ਇਹ ਹੈ. ਸਾਡੇ ਸਕੂਲ ਦਾ ਪ੍ਰਿੰਸੀਪਲ ਨੇ स्ट्रेस किया, मतलब एम्फसाइज किया, यानी कि जोर देता है ना, एम्फसाइज किया, स्ट्रेस किया ऑन द इंपॉर्टेंस ऑफ द हार्ड वर्क इन लाइफ. जिंदगी विच मेहनत दी इंपॉर्टेंस दे ऊपर उसने स्ट्रेस किया, जोर देता. ਇਹਦਾ आंसर भी सिंपल पंजाबी ट्रांसलेट करने तो बाद समझ नहीं आया. ट्रांसलेशन परफेक्ट हो गई, अब उन्हें समझ आ गया वो की कह रहे हैं कि साडे स्कूल का प्रिंसीपल जोर दे रहा है, किस चीज पे जोर दे रहा है कि हार्ड वर्क करो लाइफ विच, ਉਹਦੀ बहुत ज्यादा इंपॉर्टेंस है, इस गल पर स्ट्रेस कर रहा है. ਹੁਣ देखो जरा प्रॉब्लम किथे है. प्रॉब्लम है कि सब्जेक्ट कौन है? प्रिंसिपल. वर्ब की है स्ट्रेस, जोर देना, राइट. ऑब्जेक्ट की है, किस चीज पे जोर देता जा रहा है? इंपॉर्टेंस ऑफ हार्ड वर्क, ये ऑब्जेक्ट है. इंपॉर्टेंस ऑफ हार्ड वर्क, ऑब्जेक्ट कौन है? इंपॉर्टेंस. हुण जोर दे रहा है इंपॉर्टेंस पे, है ना, इंपॉर्टेंस पे जोर दे रहा है. तो स्ट्रेस जिहड़ी हुंदी है वो एक ट्रांजिटिव वर्ब है. स्ट्रेस एक ट्रांजिटिव वर्ब है, मतलब इसनों एक ऑब्जेक्ट की जरूरत है. हम तुसी कहोगे ऑब्जेक्ट है, फिर प्रॉब्लम कितने है? प्रॉब्लम है कि इंपॉर्टेंस इस वर्ब का ऑब्जेक्ट नहीं है, ऑन प्रेपोजिशन का ऑब्जेक्ट है. वर्ब अते ऑब्जेक्ट दे विच कौन आ रहा है? ऑन आ रहा है. तो इंपॉर्टेंस ऑब्जेक्ट का है, पर प्रेपोजिशन का ऑब्जेक्ट नहीं. ऑब्जेक्ट है, मेन वर्ब का ऑब्जेक्ट नहीं है. इस करके गलती इत्थे हो गई कि प्रेपोजिशन को इत्थों हटाना पड़ेगा, फिर इसका डायरेक्ट ऑब्जेक्ट बन जाएगा इंपॉर्टेंस. स्ट्रेस में एक ऑब्जेक्ट की जरूरत है, इत्थे ऑब्जेक्ट मिसिंग है क्योंकि इंपॉर्टेंस का ऑब्जेक्ट प्रेपोजिशन का है, स्ट्रेस वर्ब का नहीं है. तेन कहना पड़ेगा द प्रिंसिपल ऑफ आवर स्कूल स्ट्रेस्ड द इंपॉर्टेंस ऑफ हार्ड वर्क इन लाइफ. यू गॉट इट. इतने प्रेपोजिशन का कोई यूज नहीं है, क्योंकि अगर प्रेपोजिशन लगावांगे तो फिर ऑब्जेक्टिव प्रेपोजिशन का हो जाएगा, मेन वर्ब का नहीं होगा. इसका तुसी ख्याल करना है कि केड़ी वर्ब ट्रांजिटिव है, केड़ी वर्ब डाई ट्रांजिटिव है, केड़ी वर्ब नॉन ट्रांजिटिव है, इनट्रांजिटिव है, जो ट्रांजिटिव नहीं है. बहुत सारियां होंगी जी इनट्रांजिटिव होंगी ने. किस तरह दिमाग में क्वेश्चन आ रहा होगा कि किस तरह की होंगी ने? बहुत ने. आई क्राइड, मैं रोया, ये ऑब्जेक्ट की लोड़ नहीं है, इनट्रांजिटिव है. आई लाफ, राइट. तो बहुत सारियां ने आप डिस्कस करांगे वर्ब वाले किसी चैप्टर दे विच. तो आई होप ये वाला एग्जाम्पल भी तुहानू समझ आया होगा. कुछ होर एग्जाम्पल भी फिर देखांगे किसी होर नैक्सट वीडियो दे विच. टिल दैन कीप प्रैक्टिसिंग ते अपने कॉन्सैप्ट नू क्लीयर रखो. अगर सचमुच
ਇੰਗਲਿਸ਼ ਦਾ ਕੋਈ ਐਗਜ਼ਾਮ ਕਲੀਅਰ ਕਰਨਾ ਹੈ। ਅਗਰ ਇੰਗਲਿਸ਼ ਸਿੱਖ ਰਹੇ ਹੋ ਫॉर ਫਨ, ਫਿਰ ਤਾਂ ਠੀਕ ਹੈ, ਫਿਰ ਕੁਝ ਵੀ ਤੁਸੀਂ ਸਿੱਖੋ, ਦੈਟਸ ਗੁੱਡ ਫॉर ਯੂ। ਲੇਕਿਨ ਅਗਰ ਕੰਪੀਟੀਸ਼ਨ ਦਾ ਐਗਜ਼ਾਮ ਕਲੀਅਰ ਕਰਨ ਵਾਸਤੇ ਸਿੱਖ ਰਹੇ ਹੋ, that has to be 100% correct. Okay, students, so bye for now. Till then, see you soon. Until then, you can keep practicing good questions.